ਮੇਰਾ ਛੋਟਾ ਦਿਓਰ ਮੈਨੂੰ ਰੋਜ਼ ਕਹਿੰਦਾ ਕਿ ਅੱਜ ਮੈਂ ਤੁਹਾਨੂੰ ਕਹਾਣੀ ਸੁਣਾਵਾਂਗਾ। ਮੈਂ ਵੀ ਬੱਚਾ ਸਮਝ ਕੇ ਕਹਾਣੀ ਸੁਣ ਲੈਂਦੀ ਤੇ ਕਹਾਣੀ ਸੁਣਦੇ ਹੀ ਮੈਨੂੰ ਨੀਂਦ ਆ ਜਾਂਦੀ ਕਿਉਂਕਿ ਉਹ ਛੋਟਾ ਸੀ। ਪਰ ਹੈਰਾਨੀ ਵਾਲੀ ਗੱਲ ਇਹ ਸੀ ਕਿ ਅਗਲੇ ਦਿਨ ਮੇਰੀ ਸੱਸ ਮੈਨੂੰ ਬਹੁਤ ਮਾਰਦੀ ਕਿ ਤੂੰ ਮੇਰੇ ਮਾਸੂਮ ਬੱਚੇ ਦਾ ਫਾਇਦਾ ਚੁੱਕ ਰਹੀ ਹੈ। ਮੈਨੂੰ ਬੜੀ ਹੈਰਾਨੀ ਹੁੰਦੀ, ਉਹ ਤਾਂ ਸਿਰਫ ਮੈਨੂੰ ਕਹਾਣੀ ਸੁਣਾਉਂਦਾ। ਇੱਕ ਰਾਤ ਏਦਾਂ ਹੋਇਆ ਕਿ ਮੈਂ ਸੌਣ ਦਾ ਨਾਟਕ ਕੀਤਾ ਤੇ ਕਹਾਣੀ ਨਾ ਸੁਣੀ। ਹਾਲੇ ਮੈਨੂੰ ਮੰਜੇ ਤੇ ਪਏ 10 ਮਿੰਟ ਹੀ ਹੋਏ ਸੀ ਕਿ ਮੇਰੇ ਹੋਸ਼ ਉੱਡ ਗਏ। ਮੇਰਾ ਨਾਂ ਪ੍ਰੀਤ ਹੈ। ਮੈਂ ਇੱਕ ਪੜ੍ਹੇ ਲਿਖੇ ਪਰਿਵਾਰ ਵਿੱਚ ਪੈਦਾ ਹੋਈ। ਮੇਰੇ ਪਾਪਾ ਅੰਗਰੇਜ਼ੀ ਦੇ ਪ੍ਰੋਫੈਸਰ ਸੀ। ਤੇਰੀ ਮਾਂ ਟੀਚਰ ਰਿਟਾਇਰਡ ਸੀ। ਅਸੀਂ ਦੋ ਭੈਣਾਂ ਸੀ ਤੇ ਮੈਂ ਬੜੀ ਸੀ। ਮੇਰੇ ਤੋਂ ਛੋਟੀ ਦਾ ਨਾਂ ਰਜਨੀ ਸੀ। ਮੈਂ ਯੂਨੀਵਰਸਿਟੀ ਵਿੱਚ ਪੜ੍ਹਦੀ ਸੀ ਤੇ ਆਪਣੇ ਪਾਪਾ ਨਾਲ ਹੀ ਚਲੀ ਜਾਇਆ ਕਰਦੀ ਸੀ, ਜਦੋਂ ਕਿ ਮੇਰੀ ਛੋਟੀ ਭੈਣ ਕਾਲਜ ਵਿੱਚ ਪੜ੍ਹ ਰਹੀ ਸੀ। ਸਾਡਾ ਕੋਈ ਭਰਾ ਨਹੀਂ ਸੀ, ਪਰ ਮੇਰੇ ਪਿਓ ਨੇ ਸਾਡੇ 'ਚ ਕਦੇ ਕੋਈ ਫਰਕ ਨਹੀਂ ਸੀ ਰੱਖਿਆ ਅਤੇ ਨਾ ਹੀ ਸਾਨੂੰ ਕਦੇ ਅਹਿਸਾਸ ਹੋਣ ਦਿੱਤਾ ਕਿ ਅਸੀਂ ਧੀਆਂ ਹਾਂ। ਸਾਡੇ ਰਿਸ਼ਤੇਦਾਰ, ਆਸ-ਪੜੋਸ ਦੇ ਲੋਕ ਵੀ ਤਾਨੇ ਮਾਰਦੇ। ਕਈ ਵਾਰੀ ਮੇਰੇ ਪਾਪਾ ਨੂੰ ਰਿਸ਼ਤੇਦਾਰ ਕਹਿ ਦਿੰਦੇ ਕਿ ਤੂੰ ਦੂਜਾ ਵਿਆਹ ਕਰਾ ਲੈ ਤਾਂ ਜੋ ਤੇਰੇ ਮੁੰਡਾ ਹੋ ਜਾਵੇ। ਧੀਆਂ ਤਾਂ ਪਰਾਈਆਂ ਹੁੰਦੀਆਂ ਨੇ, ਇਹਨਾਂ ਨੇ ਵਿਆਹ ਕਰਾ ਕੇ ਬਗਾਨੇ ਘਰੇ ਚਲੇ ਜਾਣਾ ਤੇ ਤੈਨੂੰ ਤੇਰੇ ਬੁਢਾਪੇ ਦਾ ਸਹਾਰਾ ਮਿਲ ਜਾਣਾ। ਪਰ ਮੇਰੇ ਪਾਪਾ ਨੇ ਉਹਨਾਂ ਦੀ ਕਦੀ ਕੋਈ ਗੱਲ ਨਹੀਂ ਮੰਨੀ ਸੀ। ਉਹ ਸਾਨੂੰ ਸਭ ਤੋਂ ਅੱਗੇ ਰੱਖਦੇ ਸੀ। ਮੇਰੇ ਪਾਪਾ ਦੁਨੀਆ ਦੇ ਸਭ ਤੋਂ ਵਧੀਆ ਪਾਪਾ ਸੀ। ਉਹਨਾਂ ਨੇ ਸਾਨੂੰ ਕਦੇ ਕਿਸੇ ਚੀਜ਼ ਦੀ ਕਮੀ ਨਹੀਂ ਮਹਿਸੂਸ ਹੋਣ ਦਿੱਤੀ। ਖਾਨਦਾਨ ਵਿੱਚ ਸਾਡੇ ਜਿੰਨੀਆਂ ਵੀ ਕੁੜੀਆਂ ਸੀ, ਬਸ ਉਹ 12ਵੀਂ ਹੀ ਪੜ੍ਹੀਆਂ ਸੀ ਕਿਉਂਕਿ ਉਹਨਾਂ ਨੂੰ ਅੱਗੇ ਪੜ੍ਹਨ ਦੀ ਇਜਾਜ਼ਤ ਨਹੀਂ ਸੀ। ਸੋਚਦੇ ਸੀ ਕਿ ਅਸੀਂ ਦੋਨੋਂ ਭੈਣਾਂ ਪੜ੍ਹ ਲਿਖ ਕੇ ਬਹੁਤ ਬਦਤਮੀਜ਼ ਹੋ ਗਈਆਂ। ਪਰ ਮੇਰੇ ਪਾਪਾ ਸਾਨੂੰ ਹਮੇਸ਼ਾ ਕਹਿੰਦੇ ਸੀ ਕਿ ਤੁਸੀਂ ਦੁਨੀਆ ਦੀਆਂ ਸਭ ਤੋਂ ਵਧੀਆ ਧੀਆਂ ਹੋ, ਲੋਕਾਂ ਦੀ ਪਰਵਾਹ ਨਾ ਕਰੋ, ਮੈਂ ਹਮੇਸ਼ਾ ਤੁਹਾਡੇ ਨਾਲ ਹਾਂ। ਸਾਡਾ ਛੋਟਾ ਜਿਹਾ ਘਰ ਖੁਸ਼ੀਆਂ ਤੇ ਸਕੂਨ ਨਾਲ ਭਰਿਆ ਸੀ, ਲੇਕਿਨ ਫਿਰ ਅਚਾਨਕ ਇਸ ਸਕੂਨ ਨੂੰ ਕਿਸੇ ਦੀ ਨਜ਼ਰ ਲੱਗ ਗਈ। ਸਾਡੇ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਪੈਰਾਂ ਵਿੱਚੋਂ ਜ਼ਮੀਨ ਖਿਸਕ ਗਈ ਸੀ। ਇੰਨਾ ਵੱਡਾ ਦੁੱਖ ਅਸੀਂ ਆਪਣੀ ਜ਼ਿੰਦਗੀ ਵਿੱਚ ਨਹੀਂ ਦੇਖਿਆ ਸੀ ਜਿੰਨਾ ਵੱਡਾ ਸਾਨੂੰ ਮਿਲ ਚੁੱਕਿਆ ਸੀ। ਸਾਡੇ ਪਿਓ ਨੇ ਸਾਨੂੰ ਬਹੁਤ ਲਾਡ ਨਾਲ ਪਾਲਿਆ ਸੀ। ਅਸੀਂ ਇੰਨਾ ਵੱਡਾ ਦੁੱਖ ਬਰਦਾਸ਼ਤ ਨਹੀਂ ਕਰ ਸਕਦੀਆਂ ਸੀ। ਇਹ ਇੱਕ ਤੂਫਾਨ ਸੀ ਜੋ ਸਾਡੇ ਘਰ ਵਿੱਚੋਂ ਗੁਜ਼ਰਿਆ ਤੇ ਸਭ ਕੁਝ ਬਰਬਾਦ ਹੋ ਗਿਆ ਸੀ। ਸਾਰੀਆਂ ਖੁਸ਼ੀਆਂ ਲੈ ਗਿਆ ਸੀ। ਮੇਰੇ ਪਾਪਾ ਹਰ ਦਿਨ ਦੀ ਤਰ੍ਹਾਂ ਆਪਣੀ ਕਾਰ ਨਾਲ ਯੂਨੀਵਰਸਿਟੀ ਗਏ ਸੀ। ਮੌਸਮ ਬਦਲਣ ਦੀ ਵਜ੍ਹਾ ਨਾਲ ਮੰਮੀ ਨੇ ਮੈਨੂੰ ਜਾਣ ਤੋਂ ਰੋਕ ਦਿੱਤਾ ਸੀ। ਮੈਂ ਛੁੱਟੀ ਕੀਤੀ ਤਾਂ ਮੇਰੀ ਛੋਟੀ ਭੈਣ ਨੇ ਵੀ ਛੁੱਟੀ ਲੈ ਲਈ ਸੀ। ਦੋਨਾਂ ਭੈਣਾਂ ਨੇ ਮਿਲ ਕੇ ਖੂਬ ਮੌਜ ਮਸਤੀ ਕੀਤੀ। ਹਲੇ ਪਾਪਾ ਨੂੰ ਗਏ ਮੁਸ਼ਕਲ ਨਾਲ 1 ਘੰਟਾ ਹੀ ਹੋਇਆ ਸੀ ਕਿ ਇੱਕ ਫੋਨ ਆਇਆ ਤੇ ਖਬਰ ਮਿਲੀ। ਉਹ ਸੁਣ ਕੇ ਮੇਰੇ ਹੋਸ਼ ਉੱਡ ਗਏ ਸੀ। ਮੇਰੀ ਮਾਂ ਤੇ ਮੇਰੀ ਛੋਟੀ ਭੈਣ ਪੁੱਛ ਰਹੀਆਂ ਸੀ ਕੀ ਹੋਇਆ, ਕਿਸ ਦਾ ਫੋਨ ਹੈ, ਪਰ ਮੈਂ ਇਸ ਕਦਰ ਸਦਮੇ ਦੇ ਵਿੱਚ ਸੀ ਕਿ ਕੁਝ ਬੋਲ ਨਹੀਂ ਪਾ ਰਹੀ ਸੀ। ਮੈਥੋਂ ਆਪਣਾ ਆਪ ਨਹੀਂ ਸੰਭਾਲਿਆ ਜਾ ਰਿਹਾ ਸੀ। ਮੇਰੇ ਵਿੱਚ ਹਿੰਮਤ ਨਹੀਂ ਹੋ ਰਹੀ ਸੀ ਆਪਣੀ ਮਾਂ ਤੇ ਭੈਣ ਨੂੰ ਦੱਸਣ ਦੀ, ਪਰ ਦੱਸਣਾ ਤਾਂ ਪੈਣਾ ਸੀ। ਮੈਂ ਬਹੁਤ ਮੁਸ਼ਕਲ ਨਾਲ ਹਿੰਮਤ ਕਰਕੇ ਮੰਮੀ ਤੇ ਛੋਟੀ ਭੈਣ ਨੂੰ ਦੱਸਿਆ ਕਿ ਪਾਪਾ ਦਾ ਐਕਸੀਡੈਂਟ ਹੋ ਗਿਆ ਹੈ ਅਤੇ ਉਹਨਾਂ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੈ, ਹਸਪਤਾਲ ਵਿੱਚ ਦਾਖਲ ਨੇ। ਜਦੋਂ ਉਹਨਾਂ ਦੋਨਾਂ ਨੇ ਸੁਣਿਆ ਤਾਂ ਉਹਨਾਂ ਦੀ ਹਾਲਤ ਮੇਰੇ ਤੋਂ ਵੀ ਜ਼ਿਆਦਾ ਬੱਤਰ ਹੋ ਗਈ ਸੀ। ਮੈਂ ਵੱਡੀ ਸੀ ਤੇ ਜਲਦੀ ਨਾਲ ਟੈਕਸੀ ਬੁਲਾਈ। ਅਸੀਂ ਤਿੰਨੋਂ ਟੈਕਸੀ ਵਿੱਚ ਬੈਠ ਕੇ ਹਸਪਤਾਲ ਗਏ। ਤਿੰਨਾਂ ਦਾ ਬੁਰਾ ਹਾਲ ਸੀ। ਦਿਲ ਬਹੁਤ ਜ਼ੋਰ-ਜ਼ੋਰ ਦੀ ਧੜਕ ਰਿਹਾ ਸੀ। ਮੈਨੂੰ ਬਹੁਤ ਡਰ ਲੱਗ ਰਿਹਾ ਸੀ ਕਿ ਪਤਾ ਨਹੀਂ ਪਾਪਾ ਕਿੱਦਾਂ ਹੋਣਗੇ, ਕਿਉਂਕਿ ਜਿਸ ਇਨਸਾਨ ਨੇ ਪਾਪਾ ਦੇ ਫੋਨ ਤੋਂ ਉਹਨਾਂ ਦੇ ਐਕਸੀਡੈਂਟ ਬਾਰੇ ਦੱਸਿਆ ਸੀ, ਉਹਨਾਂ ਨੇ ਇਹ ਵੀ ਕਿਹਾ ਸੀ ਕਿ ਹਾਲਤ ਬਹੁਤ ਗੰਭੀਰ ਹੈ। ਜਦੋਂ ਅਸੀਂ ਹਸਪਤਾਲ ਪਹੁੰਚੇ, ਪਾਪਾ ਆਈਸੀਯੂ ਵਿੱਚ ਸੀ। ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਬਹੁਤ ਜ਼ਿਆਦਾ ਸੱਟਾਂ ਲੱਗੀਆਂ ਨੇ। ਉਹਨਾਂ ਦੀ ਰੀੜ੍ਹ ਦੀ ਹੱਡੀ ਵਿੱਚ ਸੱਟ ਲੱਗੀ ਹੈ, ਜਿਸ ਦੀ ਵਜ੍ਹਾ ਨਾਲ ਹੁਣ ਉਹ ਚੱਲ ਨਹੀਂ ਸਕਦੇ। 2 ਦਿਨ ਬਾਅਦ ਮੇਰੇ ਪਾਪਾ ਨੂੰ ਹੋਸ਼ ਆਇਆ ਤਾਂ ਉਹ ਆਪਣੀ ਬਿਮਾਰੀ ਦਾ ਸੁਣਦੇ ਹੀ ਸਦਮੇ ਵਿੱਚ ਚਲੇ ਗਏ ਸੀ। ਉਹ ਹਮੇਸ਼ਾ ਹੀ ਚੁੱਪ ਰਹਿੰਦੇ ਸੀ, ਬੋਲਦੇ ਨਹੀਂ ਸੀ। ਡਾਕਟਰ ਨੇ ਕਿਹਾ ਸੀ ਕਿ ਪਾਪਾ ਨੂੰ ਘਰ ਲੈ ਕੇ ਜਾਣਾ ਠੀਕ ਰਹੇਗਾ, ਜਿੱਥੇ ਉਹਨਾਂ ਨੂੰ ਵਧੀਆ ਮਾਹੌਲ ਤੇ ਖੁਸ਼ੀ ਮਿਲੇ, ਤੇ ਅਸੀਂ ਪਾਪਾ ਨੂੰ ਘਰ ਲੈ ਆਏ ਸੀ। ਪਾਪਾ ਦੀ ਨੌਕਰੀ ਹੁਣ ਨਹੀਂ ਰਹੀ ਸੀ। ਜਿੰਨੇ ਵੀ ਪੈਸੇ ਘਰ 'ਚ ਜਮ੍ਹਾਂ ਸੀ, ਸਾਰੇ ਉਹਨਾਂ ਦੇ ਇਲਾਜ 'ਚ ਲੱਗ ਗਏ। ਹੁਣ ਘਰ ਦਾ ਖਰਚਾ ਬਹੁਤ ਮੁਸ਼ਕਲ ਨਾਲ ਚੱਲ ਰਿਹਾ ਸੀ ਕਿਉਂਕਿ ਮੰਮੀ ਵੀ ਰਿਟਾਇਰਡ ਸੀ ਤੇ ਇੰਨੇ ਪੈਸੇ ਤਾਂ ਉਹਨਾਂ ਕੋਲ ਵੀ ਨਹੀਂ ਸੀ ਜਿਹਦੇ ਨਾਲ ਸਾਡੀ ਦੋਨਾਂ ਭੈਣਾਂ ਦੀ ਪੜ੍ਹਾਈ ਚੱਲਦੀ ਤੇ ਪਾਪਾ ਦੀ ਦਵਾਈ ਆਉਂਦੀ। ਵੱਡੀ ਹੋਣ ਦੇ ਨਾਤੇ ਮੈਨੂੰ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਬਾਰੇ ਸੋਚਿਆ ਤੇ ਇੱਕ ਰੈਸਟੋਰੈਂਟ ਵਿੱਚ ਜੌਬ ਕਰ ਲਈ।
ਮੇਰੀ ਡਿਗਰੀ ਪੂਰੀ ਹੋਣ 'ਚ ਹਜੇ ਕੁਝ ਮਹੀਨੇ ਬਾਕੀ ਸੀ। ਮੈਂ ਯੂਨੀਵਰਸਿਟੀ ਜਾਣਾ ਛੱਡ ਦਿੱਤਾ ਤੇ ਇੱਕ ਪ੍ਰਾਈਵੇਟ ਕਾਲਜ ਵਿੱਚ ਲੈਕਚਰਾਰ ਦੀ ਜੌਬ ਸ਼ੁਰੂ ਕੀਤੀ। ਸਵੇਰੇ ਕਾਲਜ ਜਾਂਦੀ ਤੇ ਸ਼ਾਮ ਨੂੰ ਹੋਟਲ ਜਾਂਦੀ। ਰਾਤ ਨੂੰ 2 ਘੰਟੇ ਮੈਂ ਆਪਣੀਆਂ ਕਿਤਾਬਾਂ ਪੜ੍ਹਦੀ ਤਾਂ ਜੋ ਮੇਰੇ ਪੇਪਰ ਹੋ ਸਕਣ ਤੇ ਚੰਗਾ ਰਿਜ਼ਲਟ ਮੈਨੂੰ ਮਿਲ ਸਕੇ, ਅਤੇ ਰੈਸਟੋਰੈਂਟ ਤੋਂ ਆਉਂਦੇ ਵਕਤ ਮੈਂ ਉੱਥੋਂ ਹੀ ਰੋਟੀ ਲੈ ਆਉਂਦੀ, ਖਰਚੇ 'ਤੇ ਕੰਟਰੋਲ ਕਰ ਸਕੀਏ, ਕਿਉਂਕਿ ਉੱਥੇ ਵੀ ਖਾਣਾ ਬਚ ਜਾਂਦਾ ਸੀ। ਜਿਹੜਾ ਰੈਸਟੋਰੈਂਟ ਦਾ ਮੈਨੇਜਰ ਸੀ, ਉਹ ਸਾਰੇ ਨੌਕਰਾਂ ਨੂੰ ਬਚਿਆ ਖਾਣਾ ਪੈਕ ਕਰਵਾ ਕੇ ਦੇ ਦਿੰਦਾ ਸੀ। ਉਹ ਬਹੁਤ ਚੰਗਾ ਇਨਸਾਨ ਸੀ। ਸਾਡੇ ਘਰ ਦਾ ਇੰਤਜ਼ਾਮ ਠੀਕ ਚੱਲ ਰਿਹਾ ਸੀ। ਛੋਟੀ ਭੈਣ ਟਿਊਸ਼ਨ ਪੜ੍ਹਾ ਰਹੀ ਸੀ। ਸਾਡੇ ਪਿਓ ਦੀ ਹਿੰਮਤ ਸੀ ਕਿ ਅਸੀਂ ਸਭ ਕੁਝ ਸੰਭਾਲ ਲਿਆ ਸੀ। ਰਿਸ਼ਤੇਦਾਰ ਤਾਂ ਸਾਡੇ ਪਹਿਲਾਂ ਹੀ ਖਿਲਾਫ ਸੀ, ਹੁਣ ਤਾਂ ਸਾਡੇ ਵੱਲ ਝਾਕਦੇ ਵੀ ਨਹੀਂ ਸੀ ਕਿ ਅਸੀਂ ਜਿਉਂਦੇ ਵੀ ਹਾਂ ਜਾਂ ਮਰ ਚੁੱਕੇ। ਕਿਸੇ ਨੂੰ ਸਾਡੇ ਤੋਂ ਕੋਈ ਲੈਣਾ ਦੇਣਾ ਨਹੀਂ ਸੀ। ਜਦੋਂ ਪਾਪਾ ਠੀਕ ਸੀ, ਹਰ ਰਿਸ਼ਤੇਦਾਰ ਆਉਂਦਾ ਸੀ, ਸਾਡਾ ਹਾਲ ਪੁੱਛਦਾ ਸੀ। ਪਾਪਾ ਦੇ ਅੱਗੇ ਆ ਕੇ ਰੋਣਾ ਰੋ ਕੇ ਪਾਪਾ ਤੋਂ ਮਦਦ ਲੈ ਜਾਂਦੇ ਸੀ। ਪਰ ਜਦੋਂ ਮੇਰਾ ਪਿਓ ਬਿਸਤਰ 'ਤੇ ਪਿਆ ਤਾਂ ਉਹਨਾਂ ਦੀ ਹਾਲਤ ਪੁੱਛਣ ਲਈ ਕੋਈ ਨਹੀਂ ਆਇਆ। ਸਾਡੇ ਕੋਲ ਰਿਸ਼ਤੇਦਾਰਾਂ ਨੂੰ ਦੇਣ ਲਈ ਕੁਝ ਵੀ ਨਹੀਂ ਸੀ। ਉਹ ਤਾਂ ਆਪਣੀ ਜਾਨ ਬਚਾਉਂਦੇ ਸੀ ਕਿ ਕਿੱਥੋਂ ਸਾਨੂੰ ਮਦਦ ਨਾ ਕਰਨੀ ਪਵੇ। ਜੇ ਕੁਝ ਵਕਤ ਇੱਦਾਂ ਹੀ ਬੀਤ ਗਿਆ ਅਤੇ ਮੇਰੇ ਪੇਪਰ ਹੋ ਗਏ ਤੇ ਮੈਨੂੰ ਡਿਗਰੀ ਮਿਲ ਗਈ। ਹੁਣ ਮੈਂ ਕਿਸੇ ਵੱਡੀ ਕੰਪਨੀ ਵਿੱਚ ਨੌਕਰੀ ਕਰਨ ਦੀ ਤਲਾਸ਼ ਸ਼ੁਰੂ ਕਰ ਦਿੱਤੀ, ਪਰ ਮੈਨੂੰ ਨੌਕਰੀ ਨਹੀਂ ਮਿਲ ਰਹੀ ਸੀ। ਇੰਟਰਵਿਊ ਦਿੰਦੇ ਕਈ ਮਹੀਨੇ ਬੀਤ ਗਏ ਪਰ ਨੌਕਰੀ ਨਹੀਂ ਮਿਲੀ। ਘਰ ਦੀਆਂ ਜ਼ਿੰਮੇਵਾਰੀਆਂ ਚੁੱਕਦੇ ਮੈਂ ਆਪਣੇ ਆਪ ਤੋਂ ਬੇਖਬਰ ਹੋ ਗਈ ਸੀ, ਕਿਉਂਕਿ ਕੰਪਨੀ ਵਿੱਚ ਜੌਬ ਕਰਨ ਲਈ ਚੰਗੇ ਨੰਬਰਾਂ ਦੇ ਨਾਲ ਥੋੜ੍ਹਾ ਮਾਡਰਨ ਹੋਣਾ ਵੀ ਜ਼ਰੂਰੀ ਸੀ, ਪਰ ਮੈਂ ਤਾਂ ਪਹਿਲਾਂ ਹੀ ਸਾਦਗੀ ਪਸੰਦ ਸੀ। ਕਈ ਵਾਰੀ ਮੈਨੂੰ ਮੇਰੀ ਭੈਣ ਕਹਿੰਦੀ ਕਿ ਥੋੜ੍ਹਾ ਤਿਆਰ ਹੋ ਜਾਇਆ ਕਰੋ, ਹਲਕੀ ਜਿਹੀ ਲਿਪਸਟਿਕ ਵੀ ਲਗਾਇਆ ਕਰੋ। ਮੈਂ ਨੌਕਰੀ ਲਈ ਧੱਕੇ ਖਾ ਖਾ ਥੱਕ ਗਈ ਤਾਂ ਮੇਰੀ ਮਾਂ ਨੇ ਮੈਨੂੰ ਨੌਕਰੀ ਕਰਨ ਤੋਂ ਮਨਾ ਕਰ ਦਿੱਤਾ ਤੇ ਮੇਰੇ ਵਿਆਹ ਬਾਰੇ ਸੋਚਣ ਲੱਗੀ। ਮੇਰਾ ਰਿਸ਼ਤਾ ਬਚਪਨ ਵਿੱਚ ਹੀ ਤੈਅ ਹੋ ਗਿਆ ਸੀ। ਜਿਸ ਨਾਲ ਰਿਸ਼ਤਾ ਤੈਅ ਹੋਇਆ ਸੀ ਉਸ ਦਾ ਨਾਂ ਰੋਹਿਤ ਸੀ ਤੇ ਪਿਛਲੇ ਕੁਝ ਮਹੀਨਿਆਂ ਤੋਂ ਦਿੱਲੀ ਵਿੱਚ ਪੜ੍ਹ ਰਿਹਾ ਸੀ ਤੇ ਵਾਪਸ ਆਇਆ ਸੀ। ਉਹਨੇ MBA ਕੀਤੀ ਸੀ ਤੇ ਉਸ ਨੂੰ ਇੱਕ ਵੱਡੀ ਕੰਪਨੀ ਵਿੱਚ ਨੌਕਰੀ ਮਿਲ ਗਈ ਸੀ। ਦਿੱਲੀ ਤੋਂ ਆਉਣ ਬਾਅਦ ਕਈ ਵਾਰੀ ਉਹ ਪਾਪਾ ਦਾ ਹਾਲ ਚਾਲ ਪੁੱਛਣ ਘਰ ਆਇਆ ਸੀ। ਕਾਫੀ ਚੰਗਾ ਇਨਸਾਨ ਲੱਗਦਾ ਸੀ। ਮੇਰੀ ਮਾਂ ਚਾਹੁੰਦੀ ਸੀ ਕਿ ਮੇਰਾ ਵਿਆਹ ਜਲਦੀ ਤੋਂ ਜਲਦੀ ਹੋ ਜਾਏ, ਕਿਉਂਕਿ ਖਾਨਦਾਨ ਵਿੱਚ ਕਈ ਹੋਰ ਕੁੜੀਆਂ ਵੀ ਉਸ ਨਾਲ ਵਿਆਹ ਦੀ ਆਸ ਲਾਈ ਬੈਠੀਆਂ ਸੀ। ਮੇਰੀ ਮਾਂ ਨੂੰ ਫਿਕਰ ਸੀ ਕਿ ਕਿਤੇ ਰੋਹਿਤ ਨੂੰ ਕੋਈ ਹੋਰ ਕੁੜੀ ਨਾ ਪਸੰਦ ਆ ਜਾਏ, ਕਿਉਂਕਿ ਖਾਨਦਾਨ ਦੀਆਂ ਸਾਰੀਆਂ ਕੁੜੀਆਂ ਇੱਕ ਤੋਂ ਇੱਕ ਵੱਧ ਕੇ ਸੋਹਣੀਆਂ ਸੀ। ਮੈਂ ਤਾਂ ਆਪਣੀ ਹਾਲਤ ਇੱਦਾਂ ਕਰ ਰੱਖੀ ਸੀ, ਜੇ ਕੋਈ ਗਲਤੀ ਨਾਲ ਦੇਖ ਵੀ ਲਵੇ ਤਾਂ ਦੂਜੀ ਵਾਰੀ ਦੇਖਣ ਨੂੰ ਦਿਲ ਨਾ ਕਰਦਾ। ਮੈਨੂੰ ਰੋਹਿਤ ਪਸੰਦ ਸੀ ਕਿਉਂਕਿ ਉਹ ਬਚਪਨ ਤੋਂ ਹੀ ਮੇਰਾ ਮੰਗੇਤਰ ਸੀ। ਮੈਂ ਜਾਣਦੀ ਸੀ ਕਿ ਮੇਰਾ ਵਿਆਹ ਉਸ ਨਾਲ ਹੋਣਾ ਹੈ, ਕਿਉਂਕਿ ਮੇਰੇ ਦਾਦਾ ਜੀ ਨੇ ਰਿਸ਼ਤਾ ਤੈਅ ਕੀਤਾ ਸੀ। ਮੈਂ ਦਿਲ ਵਿੱਚ ਉਸ ਨੂੰ ਪਿਆਰ ਕਰਦੀ ਸੀ, ਲੇਕਿਨ ਫਿਰ ਇੱਕ ਦਿਨ ਸਾਰੀਆਂ ਉਮੀਦਾਂ ਟੁੱਟ ਗਈਆਂ। ਕਿਸਮਤ ਨੇ ਇੱਕ ਵਾਰੀ ਫਿਰ ਮੇਰੇ ਨਾਲ ਖੇਡ ਖੇਡੀ, ਮੇਰੇ ਸਾਰੇ ਸੁਪਨੇ ਖਤਮ ਕਰ ਦਿੱਤੇ ਸੀ। ਹੋਇਆ ਕੁਝ ਇੱਦਾਂ ਸੀ ਕਿ ਮੰਮੀ ਕਈ ਦਿਨਾਂ ਤੱਕ ਮੇਰੇ ਬੜੇ ਪਾਪਾ ਅਤੇ ਮੰਮੀ ਦਾ ਇੰਤਜ਼ਾਰ ਕਰਦੀ ਰਹੀ ਕਿ ਉਹ ਆ ਕੇ ਰਿਸ਼ਤੇ ਦੀ ਗੱਲ ਕਰਨਗੇ, ਜੋ ਕਿ ਬਹੁਤ ਸਾਲ ਪਹਿਲਾਂ ਤੈਅ ਕੀਤਾ ਗਿਆ ਸੀ। ਪਰ ਕਈ ਦਿਨਾਂ ਦਾ ਇੰਤਜ਼ਾਰ ਕਰਨ ਤੋਂ ਬਾਅਦ ਉਹ ਲੋਕ ਨਹੀਂ ਆਏ। ਸਾਨੂੰ ਪਤਾ ਲੱਗਿਆ ਕਿ ਰੋਹਿਤ ਦੀ ਮਾਂ ਉਸ ਦੇ ਲਈ ਕੁੜੀਆਂ ਦੇਖਦੀ ਫਿਰ ਰਹੀ ਹੈ। ਮੈਨੂੰ ਬਹੁਤ ਬੁਰਾ ਲੱਗਿਆ। ਮੈਂ ਆਪਣੇ ਹੰਝੂ ਪੋਂਛ ਲਏ ਸੀ, ਪਰ ਮੇਰੀ ਮਾਂ ਬੇਚੈਨ ਹੋ ਗਈ ਸੀ। ਪਾਪਾ ਨੇ ਸੁਣਿਆ ਤਾਂ ਉਹਨਾਂ ਨੂੰ ਵੀ ਬਹੁਤ ਬੁਰਾ ਲੱਗਿਆ ਸੀ, ਕਿਉਂਕਿ ਮੇਰੇ ਬੜੇ ਪਾਪਾ ਨੇ ਆਪ ਹੀ ਮੇਰੇ ਪਾਪਾ ਨੂੰ ਕਿਹਾ ਸੀ ਕਿ ਉਹ ਆਪਣੇ ਮੁੰਡੇ ਦਾ ਵਿਆਹ ਮੇਰੇ ਨਾਲ ਕਰਵਾਉਣਗੇ। ਇਸ ਲਈ ਜਦੋਂ ਰੋਹਿਤ ਦਿੱਲੀ ਜਾ ਰਿਹਾ ਸੀ ਤਾਂ ਪਾਪਾ ਨੇ ਪੈਸੇ ਵੀ ਦਿੱਤੇ ਸੀ, ਕਿਉਂਕਿ ਪਾਪਾ ਨੂੰ ਕਿਹਾ ਗਿਆ ਸੀ ਕਿ ਤੁਹਾਡਾ ਜਮਾਈ ਹੈ, ਪੜ੍ਹ ਲਿਖ ਜਾਵੇਗਾ ਤਾਂ ਚੰਗੀ ਨੌਕਰੀ ਮਿਲ ਜਾਏਗੀ। ਜੇ ਚੰਗੀ ਨੌਕਰੀ ਮਿਲ ਗਈ ਤਾਂ ਤੁਹਾਡੀ ਧੀ ਖੁਸ਼ ਰਹੇਗੀ। ਇਸ ਲਈ ਪਾਪਾ ਨੇ ਰੋਹਿਤ ਨੂੰ ਆਪਣੀ ਸਾਰੀ ਤਨਖਾਹ ਦੇ ਦਿੱਤੀ ਸੀ, ਲੇਕਿਨ ਉਸ ਦੇ ਮਾਪਿਓ ਬਦਲ ਚੁੱਕੇ ਸੀ। ਉਹਨਾਂ ਦਾ ਮੁੰਡਾ ਚੰਗਾ ਕਮਾਉਣ ਵਾਲਾ ਹੋ ਗਿਆ ਸੀ, ਇਸ ਲਈ ਉਹ ਕਿਸੇ ਦੀ ਪਰਵਾਹ ਨਹੀਂ ਕਰਦੇ ਸੀ। ਮੈਂ ਆਪਣੇ ਮਾਪਿਓ ਨੂੰ ਕਹਿ ਦਿੱਤਾ ਸੀ ਕਿ ਇਸ ਗੱਲ ਨੂੰ ਹੁਣ ਇੱਥੇ ਹੀ ਛੱਡ ਦਿਓ। ਜੇ ਸਾਡਾ ਵਿਆਹ ਨਹੀਂ ਹੋ ਸਕਦਾ ਤਾਂ ਕੋਈ ਐਡੀ ਵੀ ਗੱਲ ਨਹੀਂ, ਪਰਮਾਤਮਾ ਨੇ ਮੇਰੇ ਲਈ ਕਿਸੇ ਨਾ ਕਿਸੇ ਨੂੰ ਤਾਂ ਬਣਾਇਆ ਹੀ ਹੋਊਗਾ। ਪਰ ਉਹ ਮੇਰੇ ਮਾਪਿਓ ਸੀ, ਇੰਨੀ ਜਲਦੀ ਨਹੀਂ ਹਾਰ ਮੰਨ ਸਕਦੇ ਸੀ। ਅਗਲੇ ਦਿਨ ਜਦੋਂ ਮੈਂ ਕਾਲਜ ਪੜ੍ਹਾਉਣ ਗਈ ਤਾਂ ਉਹਨਾਂ ਨੇ ਮੇਰੀ ਛੋਟੀ ਭੈਣ ਨੂੰ ਨਾਲ ਲਿੱਤਾ ਅਤੇ ਰੋਹਿਤ ਦੇ ਘਰ ਚਲੇ ਗਏ। ਕਾਲਜ ਤੋਂ ਬਾਅਦ
ਮੈਂ ਹੋਟਲ ਚਲੀ ਜਾਂਦੀ ਸੀ ਅਤੇ ਜਦੋਂ ਮੈਂ ਸ਼ਾਮ ਨੂੰ ਵਾਪਸ ਆਈ ਤੇ ਮੈਨੂੰ ਰਾਤ ਹੋ ਜਾਂਦੀ ਸੀ। ਲੇਕਿਨ ਜਦੋਂ ਵੀ ਮੈਂ ਆਉਂਦੀ, ਮੇਰੇ ਮਾਂ-ਪਿਓ ਦੇ ਕਮਰੇ ਦੀ ਲਾਈਟ ਚੱਲ ਰਹੀ ਹੁੰਦੀ ਸੀ, ਕਿਉਂਕਿ ਮਾਂ ਜਾਗ ਰਹੀ ਹੁੰਦੀ ਸੀ। ਫਿਰ ਮਾਂ ਤੇ ਮੇਰੀ ਛੋਟੀ ਭੈਣ ਮੇਰੇ ਵੱਲੋਂ ਲਿਆਂਦੀ ਰੋਟੀ ਖਾਂਦੀਆਂ। ਅਸੀਂ ਜਦੋਂ ਕਿ ਪਾਪਾ ਨੂੰ ਪਹਿਲਾਂ ਹੀ ਹਲਕਾ ਖਾਣਾ ਖਵਾ ਕੇ ਦਵਾਈ ਦੇ ਦਿੱਤੀ ਜਾਂਦੀ ਸੀ ਤੇ ਉਹ ਸੌਂ ਜਾਂਦੇ ਸੀ। ਲੇਕਿਨ ਅੱਜ ਉਹਨਾਂ ਦੇ ਕਮਰੇ ਦੀ ਲਾਈਟ ਬੰਦ ਸੀ ਤੇ ਦਰਵਾਜ਼ਾ ਵੀ ਬੰਦ ਸੀ। ਘਰ ਵਿੱਚ ਚੁੱਪ ਛਾਈ ਸੀ। ਮੈਂ ਰੋਟੀ ਰਸੋਈ ਵਿੱਚ ਰੱਖ ਕੇ ਆਈ ਤਾਂ ਮੇਰੀ ਛੋਟੀ ਭੈਣ ਨੇ ਬੇਚੈਨ ਪਾਇਆ। ਉਸ ਦੀਆਂ ਅੱਖਾਂ ਵਿੱਚ ਹੰਝੂ ਸੀ, ਜਿਸ ਨੂੰ ਉਸਨੇ ਸਾਫ਼ ਕੀਤਾ ਤੇ ਮੈਨੂੰ ਪਾਣੀ ਦਾ ਗਲਾਸ ਦਿੱਤਾ। ਪਾਣੀ ਪੀ ਕੇ ਮੈਂ ਉਸ ਨੂੰ ਆਪਣੇ ਕੋਲ ਬਿਠਾਇਆ ਤੇ ਪੁੱਛਿਆ, ਕੀ ਹੋਇਆ? ਪਹਿਲਾਂ ਤਾਂ ਉਸਨੇ ਗੱਲ ਨੂੰ ਟਾਲ ਦਿੱਤਾ ਤੇ ਮੈਂ ਸਮਝ ਗਈ ਕਿ ਕੁਝ ਨਾ ਕੁਝ ਗੜਬੜ ਜ਼ਰੂਰ ਹੋਈ ਹੈ, ਨਹੀਂ ਤਾਂ ਉਹ ਹਮੇਸ਼ਾ ਹੀ ਹੱਸਦੀ ਰਹਿੰਦੀ ਸੀ। ਮੇਰੇ ਪੁੱਛਣ ਤੇ ਉਸਨੇ ਦੱਸਿਆ ਕਿ ਅੱਜ ਸ਼ਾਮ ਨੂੰ ਮੰਮੀ ਤੇ ਪਾਪਾ ਰੋਹਿਤ ਦੇ ਘਰ ਗਏ ਸੀ। ਮੰਮੀ ਦਾ ਖਿਆਲ ਸੀ ਕਿ ਜੇ ਉਹਨਾਂ ਨਾਲ ਗੱਲ ਕਰਾਂਗੇ ਤਾਂ ਉਹ ਮੰਨ ਜਾਣਗੇ, ਪਰ ਉਹਨਾਂ ਨੇ ਬਿਲਕੁਲ ਵੀ ਲਿਹਾਜ਼ ਨਹੀਂ ਕੀਤੀ ਤੇ ਆਪਣੇ ਘਰ ਤੋਂ ਮੰਮੀ ਤੇ ਪਾਪਾ ਨੂੰ ਬੇਇੱਜ਼ਤ ਕਰਕੇ ਕੱਢ ਦਿੱਤਾ। ਇੰਨੀ ਜ਼ਿਆਦਾ ਬੇਇੱਜ਼ਤੀ ਕੀਤੀ ਕਿ ਪਾਪਾ ਦੀ ਤਬੀਅਤ ਖਰਾਬ ਹੋ ਗਈ ਸੀ ਤੇ ਜਦੋਂ ਮੰਮੀ ਪਾਪਾ ਨੂੰ ਘਰੋਂ ਕੱਢ ਰਹੇ ਸੀ ਤਾਂ ਰੋਹਿਤ ਕਿਤੋਂ ਆ ਰਿਹਾ ਸੀ। ਉਹੀ ਪਾਪਾ ਨੂੰ ਲੈ ਕੇ ਗਿਆ ਸੀ ਤੇ ਉਸਨੇ ਹੀ ਘਰ ਛੱਡਿਆ ਸੀ। ਮੰਮੀ ਬਹੁਤ ਜ਼ਿਆਦਾ ਘਬਰਾ ਗਈ ਸੀ ਤੇ ਇਸ ਲਈ ਉਹਨਾਂ ਨੇ ਰੋਟੀ ਵੀ ਨਹੀਂ ਖਾਈ ਅਤੇ ਸੌਂ ਗਏ ਸੀ। ਇਹ ਸਭ ਸੁਣ ਕੇ ਮੇਰਾ ਮਨ ਬੜਾ ਉਦਾਸ ਹੋਇਆ। ਮੈਨੂੰ ਬਿਲਕੁਲ ਭੁੱਖ ਨਹੀਂ ਸੀ। ਸਭ ਤੋਂ ਜ਼ਿਆਦਾ ਆਪਣੇ ਹੀ ਦੁੱਖ ਦਿੰਦੇ ਨੇ। ਮੈਨੂੰ ਉਹੀ ਦਿਲ ਵਿੱਚੋਂ ਕੋਈ ਦਿਲਚਸਪੀ ਨਹੀਂ ਰਹਿ ਗਈ ਸੀ। ਉਸ ਦੀ ਮਾਂ ਤਾਂ ਹੈ ਹੀ ਬਦਤਮੀਜ਼ ਔਰਤ ਸੀ, ਜਿਸ ਦੇ ਲਈ ਮੇਰੇ ਦਿਲ ਵਿੱਚ ਨਫ਼ਰਤ ਭਰ ਗਈ ਸੀ। ਮੈਂ ਆਪਣੇ ਚਿਹਰੇ ਤੇ ਧੱਕੇ ਨਾਲ ਮੁਸਕਰਾਹਟ ਲਿਆ ਕੇ ਆਪਣੀ ਭੈਣ ਨੂੰ ਹਸਾਇਆ ਤੇ ਰੋਟੀ ਕਮਰੇ ਵਿੱਚ ਲੈ ਕੇ ਆਈ ਤੇ ਅਸੀਂ ਦੋਨਾਂ ਨੇ ਰੋਟੀ ਖਾ ਲਈ। ਮੈਂ ਆਪਣੀ ਵਜ੍ਹਾ ਨਾਲ ਆਪਣਿਆਂ ਨੂੰ ਦੁੱਖ ਨਹੀਂ ਦੇਣਾ ਚਾਹੁੰਦੀ ਸੀ। ਫਿਰ ਮੈਂ ਕਾਲਜ ਤੋਂ ਛੁੱਟੀ ਕਰ ਲਈ ਸੀ, ਕਿਉਂਕਿ ਅੱਜ ਮੈਨੂੰ ਇੱਕ ਇੰਟਰਵਿਊ ਲਈ ਜਾਣਾ ਸੀ। ਮੈਨੂੰ ਯਕੀਨ ਸੀ ਕਿ ਅੱਜ ਮੈਨੂੰ ਨੌਕਰੀ ਮਿਲ ਜਾਵੇਗੀ। ਜਿੱਥੇ ਮੈਂ ਇੰਟਰਵਿਊ ਲਈ ਗਈ ਉੱਥੇ ਹੋਰ ਬਹੁਤ ਕੁੜੀਆਂ ਸੀ, ਜਿਨ੍ਹਾਂ ਨੂੰ ਦੇਖ ਕੇ ਮੇਰੀ ਉਮੀਦ ਟੁੱਟ ਗਈ। ਲੇਕਿਨ ਜਦੋਂ ਮੈਂ ਆਪ ਦਫ਼ਤਰ ਦੇ ਬੌਸ ਨੂੰ ਮਿਲੀ ਤਾਂ ਕਾਫੀ ਰਿਲੈਕਸ ਹੋ ਗਈ ਸੀ, ਕਿਉਂਕਿ ਉਹ ਬਹੁਤ ਚੰਗਾ ਤੇ ਹਸਮੁਖ ਇਨਸਾਨ ਸੀ ਤੇ ਮੇਰੀ ਹੀ ਉਮਰ ਦਾ ਸੀ। ਪਰ ਮੈਨੂੰ ਬਹੁਤ ਹੈਰਾਨੀ ਹੋਈ ਕਿ ਇੰਨੀ ਵੱਡੀ ਕੰਪਨੀ ਦਾ ਉਹ ਮਾਲਕ ਬਣ ਗਿਆ ਸੀ। ਉਸ ਨੇ ਮੇਰੇ ਤੋਂ ਕੁਝ ਸਵਾਲ ਪੁੱਛੇ ਅਤੇ ਮੈਂ ਉਹਨਾਂ ਦਾ ਜਵਾਬ ਦਿੱਤਾ। ਪਹਿਲੀ ਹੀ ਮੁਲਾਕਾਤ ਵਿੱਚ ਉਹ ਬਹੁਤ ਚੰਗਾ ਇਨਸਾਨ ਲੱਗ ਰਿਹਾ ਸੀ। ਮੈਨੂੰ ਨੌਕਰੀ ਮਿਲ ਗਈ ਸੀ ਤੇ ਤਨਖਾਹ ਵੀ ਚੰਗੀ ਸੀ। ਮੈਂ ਵਾਪਸੀ ਵਿੱਚ ਮਠਿਆਈ ਦਾ ਡੱਬਾ ਲੈ ਕੇ ਘਰ ਪਹੁੰਚੀ ਤਾਂ ਰੋਹਿਤ ਉੱਥੇ ਪਹਿਲਾਂ ਹੀ ਮੌਜੂਦ ਸੀ। ਉਹ ਪਾਪਾ ਦਾ ਹਾਲ ਚਾਲ ਪੁੱਛਣ ਆਇਆ ਸੀ, ਲੇਕਿਨ ਉਹਨੂੰ ਦੇਖ ਕੇ ਮੈਨੂੰ ਅੱਜ ਬਹੁਤ ਗੁੱਸਾ ਆਇਆ ਸੀ। ਮੈਂ ਉਸ ਦੀ ਨਮਸਤੇ ਦਾ ਜਵਾਬ ਨਹੀਂ ਦਿੱਤਾ ਤੇ ਆਪਣੇ ਕਮਰੇ ਵਿੱਚ ਚਲੀ ਗਈ। ਥੋੜੀ ਦੇਰ ਬਾਅਦ ਉਹ ਚਲਾ ਗਿਆ ਤਾਂ ਮਾਂ ਮੇਰੇ ਕੋਲ ਆਈ। ਉਹਨਾਂ ਨੇ ਦੱਸਿਆ ਕਿ ਰੋਹਿਤ ਪੈਸੇ ਵਾਪਸ ਕਰਨ ਆਇਆ ਸੀ, ਜੋ ਤੇਰੇ ਪਾਪਾ ਨੇ ਉਹਨਾਂ ਨੂੰ ਦਿੱਲੀ ਜਾਂਦੇ ਹੋਏ ਦਿੱਤੇ ਸੀ। ਉਸ ਨੇ ਪਾਪਾ ਨੂੰ ਵਾਅਦਾ ਵੀ ਕੀਤਾ ਹੈ ਕਿ ਉਹ ਆਪਣੇ ਮਾਂ-ਬਾਪ ਨਾਲ ਜਲਦੀ ਮੇਰੇ ਲਈ ਰਿਸ਼ਤੇ ਲਈ ਮਨਾ ਲਵੇਗਾ ਤੇ ਉਸ ਨੇ ਇਹ ਵੀ ਕਿਹਾ ਸੀ ਕਿ ਉਸ ਦੇ ਮਾਂ-ਪਿਓ ਜੋ ਵੀ ਕਹਿਣ, ਉਹ ਵਿਆਹ ਮੇਰੇ ਨਾਲ ਹੀ ਕਰੇਗਾ, ਕਿਉਂਕਿ ਉਸ ਨੂੰ ਮੈਂ ਬਹੁਤ ਪਸੰਦ ਹਾਂ। ਮੰਮੀ ਉਸ ਦੀਆਂ ਗੱਲਾਂ ਨਾਲ ਬਹੁਤ ਖੁਸ਼ ਸੀ, ਪਰ ਮੈਨੂੰ ਰੋਹਿਤ ਦੇ ਨਾਲ ਕੋਈ ਦਿਲਚਸਪੀ ਨਹੀਂ ਸੀ। ਮੈਂ ਆਪਣੀ ਮਾਂ ਨੂੰ ਨੌਕਰੀ ਦੇ ਬਾਰੇ ਦੱਸਿਆ ਤਾਂ ਮੂੰਹ ਮਿੱਠਾ ਕਰਵਾਇਆ, ਪਰ ਮੇਰੀ ਮਾਂ ਮੇਰੀ ਨੌਕਰੀ ਤੋਂ ਜ਼ਿਆਦਾ ਰੋਹਿਤ ਦੇ ਆਉਣ ਨਾਲ ਖੁਸ਼ ਸੀ। ਮੈਂ ਮੰਮੀ ਦੀ ਗੱਲ 'ਤੇ ਜ਼ਿਆਦਾ ਧਿਆਨ ਨਾ ਦਿੱਤਾ, ਕਿਉਂਕਿ ਮੈਂ ਜਾਣਦੀ ਸੀ ਕਿ ਰੋਹਿਤ ਤੇ ਮੇਰਾ ਵਿਆਹ ਕਦੀ ਨਹੀਂ ਹੋ ਸਕਦਾ। ਮੈਂ ਅਗਲੇ ਦਿਨ ਦਫ਼ਤਰ ਜੁਆਇਨ ਕਰ ਲਿਆ ਸੀ। ਪੂਰੀ ਲਗਨ ਨਾਲ ਆਪਣਾ ਕੰਮ ਕਰਨ ਲੱਗੀ ਸੀ। ਦਫ਼ਤਰ ਦਾ ਮਾਹੌਲ ਬਹੁਤ ਵਧੀਆ ਸੀ। ਥੋੜ੍ਹੇ ਦਿਨਾਂ ਵਿੱਚ ਮੈਂ ਉੱਥੇ ਐਡਜਸਟ ਹੋ ਗਈ ਸੀ। ਉਹੀ ਹੁਣ ਤੱਕ ਆਪਣੀ ਮਾਂ ਨੂੰ ਨਹੀਂ ਮਨਾ ਸਕਿਆ ਸੀ। ਮੈਨੂੰ ਉੱਥੇ ਕੰਮ ਕਰਦੇ 3 ਮਹੀਨੇ ਹੋ ਚੁੱਕੇ ਸੀ। ਇਸ ਦੌਰਾਨ ਮੇਰੀ ਛੋਟੀ ਭੈਣ ਦਾ ਰਿਸ਼ਤਾ ਆਇਆ ਸੀ। ਉਸ ਮੁੰਡੇ ਨੇ ਇੰਦੂ ਦੇ ਨਾਲ ਹੀ ਪੜ੍ਹਾਈ ਕੀਤੀ ਸੀ ਤੇ ਉਹ ਆਪਣੇ ਮਾਂ-ਪਿਓ ਦਾ ਇਕੱਲਾ ਹੀ ਮੁੰਡਾ ਸੀ। ਚੰਗੀ ਨੌਕਰੀ ਸੀ, ਇਸ ਤੋਂ ਵੱਧ ਕਿ ਉਹ ਦੋਨੋਂ ਇੱਕ ਦੂਜੇ ਨੂੰ ਪਸੰਦ ਕਰਦੇ ਸੀ। ਮੰਮੀ ਪਾਪਾ ਚਾਹੁੰਦੇ ਸੀ ਕਿ ਪਹਿਲਾਂ ਮੇਰਾ ਵਿਆਹ ਹੋਵੇ, ਪਰ ਮੈਨੂੰ ਇਸ ਗੱਲ ਦਾ ਹਲੇ ਤੱਕ ਦੂਰ-ਦੂਰ ਤੱਕ ਖਿਆਲ ਨਹੀਂ ਸੀ। ਮੈਂ ਆਪਣੇ ਮੰਮੀ ਪਾਪਾ ਨੂੰ ਇੰਦੂ ਦੇ ਵਿਆਹ ਲਈ ਮਨਾ ਲਿਆ ਤੇ ਉਸ ਦਾ ਵਿਆਹ ਬੜੀ ਧੂਮ-ਧਾਮ ਨਾਲ ਕੀਤਾ। ਉਸ ਦੇ ਵਿਆਹ ਨੂੰ ਹਜੇ ਕੁਝ ਹੀ ਮਹੀਨੇ ਹੋਏ ਸੀ ਕਿ ਅਚਾਨਕ ਕੁਝ ਅਜੀਬ ਹੋ ਗਿਆ। ਇੰਨਾ ਅਜੀਬ ਕਿ ਮੈਂ ਸੋਚ ਵੀ ਨਹੀਂ ਸਕਦੀ ਸੀ। ਮੇਰੇ ਬੌਸ ਨੇ ਮੈਨੂੰ ਪ੍ਰਪੋਜ਼ ਕੀਤਾ ਸੀ। ਉਸ ਨੂੰ ਮੇਰੀ ਸਾਦਗੀ ਨਾਲ ਮੁਹੱਬਤ ਸੀ। ਉਹ ਮੇਰੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ। ਮੈਂ ਕਦੇ ਨਾ ਕਦੇ ਤਾਂ ਵਿਆਹ ਕਰਵਾਉਣਾ ਹੀ ਸੀ
ਤਾਂ ਮੈਂ ਮੰਮੀ ਨਾਲ ਗੱਲ ਕਰ ਲਈ। ਮੰਮੀ ਰੋਹਿਤ ਦੇ ਵੱਲੋਂ ਉਦਾਸ ਹੋ ਚੁੱਕੀ ਸੀ, ਇਸ ਲਈ ਉਹ ਮੰਨ ਗਏ। ਰਾਜੀਵ ਨੇ ਆਪਣੇ ਭਰਾ ਤੇ ਭਾਬੀਆਂ ਨੂੰ ਸਾਡੇ ਘਰ ਰਿਸ਼ਤਾ ਲੈ ਕੇ ਭੇਜਿਆ। ਉਸ ਦੇ 3 ਭਰਾ ਸੀ ਜੋ ਵਿਆਹੇ ਹੋਏ ਸੀ। ਰਾਜੀਵ ਦੇ ਮਜਬੂਰ ਕਰਨ ਤੋਂ ਵੀ ਆਏ ਸੀ, ਪਰ ਮੈਂ ਉਹਨਾਂ ਤੋਂ ਕੀ ਲੈਣਾ ਸੀ। ਉਹ ਮੈਨੂੰ ਮੁਹੱਬਤ ਕਰਦਾ ਸੀ, ਇੰਨਾ ਹੀ ਬਹੁਤ ਸੀ। ਪਹਿਲੀ ਮੁਲਾਕਾਤ ਵਿੱਚ ਹੀ ਵਿਆਹ ਦੀ ਤਰੀਕ ਤੈਅ ਕੀਤੀ ਗਈ। ਰਾਜੀਵ ਦੀਆਂ ਭਾਬੀਆਂ ਨੇ ਮੈਨੂੰ ਮੰਗਣੀ ਦੀ ਰਿੰਗ ਪਾਈ ਸੀ। ਰੋਹਿਤ ਨੇ ਸੁਣਿਆ ਤਾਂ ਉਹ ਸਾਡੇ ਘਰ ਮੇਰੇ ਨਾਲ ਗੱਲ ਕਰਨ ਲਈ ਆਇਆ। ਉਹਨੇ ਮੇਰੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਮੈਂ ਮਨਾ ਕਰ ਦਿੱਤਾ ਕਿਉਂਕਿ ਮੈਂ ਉਸ ਦਾ ਬਹੁਤ ਇੰਤਜ਼ਾਰ ਕਰਿਆ ਸੀ, ਪਰ ਉਹ ਆਪਣੇ ਮਾਪਿਓ ਨੂੰ ਨਹੀਂ ਮਨਾ ਸਕਿਆ। ਮੇਰਾ ਵਿਆਹ ਰਾਜੀਵ ਨਾਲ ਬੜੀ ਧੂਮ-ਧਾਮ ਨਾਲ ਹੋਇਆ। ਉਹ ਬਹੁਤ ਖੁਸ਼ ਸੀ ਆਪਣੇ ਘਰ ਵਾਲੇ ਦੀਆਂ ਅੱਖਾਂ ਵਿੱਚ। ਮੈਂ ਪਿਆਰ ਦੇਖ ਕੇ ਬਹੁਤ ਖੁਸ਼ ਸੀ। ਜ਼ਿੰਦਗੀ ਦੀ ਪੂਰੀ ਪਰੇਸ਼ਾਨੀ ਮੇਰੀ ਕਿਸਮਤ ਨੇ ਦੂਰ ਕਰ ਦਿੱਤੀ ਸੀ। ਹੁਣ ਮੇਰਾ ਰਾਜੀਵ ਨਾਲ ਬਹੁਤ ਵਧੀਆ ਤੇ ਖੂਬਸੂਰਤ ਜ਼ਿੰਦਗੀ ਗੁਜ਼ਰ ਰਹੀ ਸੀ। ਮੈਂ ਤੇ ਰਾਜੀਵ ਇੱਕ ਦੂਜੇ ਨੂੰ ਬਹੁਤ ਖੁਸ਼ ਸੀ। ਮੇਰੀ ਜ਼ਿੰਦਗੀ ਵਿੱਚ ਖੁਸ਼ੀਆਂ ਹਮੇਸ਼ਾ ਬਹੁਤ ਸੀ, ਆਈਆਂ ਤੇ ਚਲੀਆਂ ਗਈਆਂ। ਮੈਂ ਕੁਝ ਨਾ ਕਰ ਸਕੀ, ਹੁਣ ਵੀ ਇਦਾਂ ਹੀ ਹੋਇਆ। ਮੈਂ ਹੁਣ ਵੀ ਕੁਝ ਨਾ ਕਰ ਸਕੀ। ਜ਼ਿੰਦਗੀ ਵਿੱਚ ਕਿਆਮਤ ਆ ਚੁੱਕੀ ਸੀ। ਹੋਇਆ ਕੁਝ ਇਦਾਂ ਸੀ, ਰਾਜੀਵ ਨੇ ਇਹਨਾਂ ਦਿਨਾਂ ਵਿੱਚ ਕੋਈ ਵੱਡੀ ਡੀਲ ਸਾਈਨ ਕੀਤੀ ਸੀ ਜੋ ਬਿਜ਼ਨਸ ਲਈ ਬਹੁਤ ਵਧੀਆ ਸੀ, ਪਰ ਅਚਾਨਕ ਖੁਸ਼ੀ ਗਮ ਵਿੱਚ ਬਦਲ ਗਈ। ਰਾਜੀਵ ਦੀ ਕੰਪਨੀ ਵਿੱਚ ਅੱਗ ਲੱਗ ਗਈ। ਸਾਰੇ ਨੌਕਰਾਂ ਨੂੰ ਬਾਹਰ ਕੱਢਦੇ ਹੋਏ ਰਾਜੀਵ ਅੱਗ ਦੀਆਂ ਲਪਟਾਂ ਵਿੱਚ ਆ ਗਿਆ ਤੇ ਉਸ ਦੀ ਮੌਤ ਹੋ ਗਈ। ਮੇਰੀ ਤਾਂ ਦੁਨੀਆ ਹੀ ਉਜੜ ਗਈ ਸੀ। ਉਸ ਨੇ ਗਏ ਹਲੇ 1 ਦਿਨ ਹੀ ਹੋਇਆ ਸੀ ਕਿ ਉਸ ਦੇ ਭਰਾ ਤੇ ਭਰਜਾਈਆਂ ਨੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਤੇ ਮੈਨੂੰ ਘਰੋਂ ਕੱਢ ਦਿੱਤਾ ਤੇ ਮੇਰੇ ਮਾਂ-ਬਾਪ ਨੂੰ ਬੁਲਾ ਕੇ ਮੈਨੂੰ ਉਹਨਾਂ ਦੇ ਨਾਲ ਭੇਜ ਦਿੱਤਾ। ਰਾਜੀਵ ਦੀ ਸਾਰੀ ਕੰਪਨੀ ਜਲ ਚੁੱਕੀ ਸੀ, ਇਸ ਲਈ ਮੇਰੇ ਕੋਲ ਉਸ ਦੀਆਂ ਯਾਦਾਂ ਤੋਂ ਬਿਨਾਂ ਕੁਝ ਨਹੀਂ ਬਚਿਆ ਸੀ। ਮੈਂ ਖਾਲੀ ਹੱਥ ਵਾਪਸ ਆਪਣੇ ਘਰ ਆ ਗਈ। ਬਹੁਤ ਦਿਨ ਤੱਕ ਮੈਂ ਸਦਮੇ ਵਿੱਚ ਰਹੀ। ਫਿਰ ਮੈਂ ਆਪਣੀ ਜ਼ਿੰਦਗੀ ਦੀ ਵੱਲ ਵਾਪਸ ਆਈ, ਜਿਸ ਵਿੱਚ ਬਹੁਤ ਵੱਡਾ ਹੱਥ ਇੰਦੂ ਦਾ ਤੇ ਉਸ ਦੇ 2 ਛੋਟੇ ਬੱਚਿਆਂ ਦਾ ਸੀ। ਮੇਰੇ ਸਦਮੇ ਤੋਂ ਬਾਅਦ ਅਕਸਰ ਮੈਨੂੰ ਰੋਹਿਤ ਮਿਲਣ ਆਉਂਦਾ ਸੀ। ਮਾਂ-ਬਾਪ ਦੇ ਫੋਰਸ ਕਰਨ ਤੋਂ ਬਾਅਦ ਵੀ ਉਸਨੇ ਹਾਲੇ ਤੱਕ ਵਿਆਹ ਨਹੀਂ ਕਰਵਾਇਆ ਸੀ। ਮੈਨੂੰ ਪਿਆਰ ਕਰਦਾ ਸੀ। ਮੇਰੇ ਬਾਅਦ ਉਸਨੂੰ ਕੋਈ ਚੰਗਾ ਨਹੀਂ ਲੱਗਿਆ, ਪਰ ਮੈਨੂੰ ਹੁਣ ਇਹਨਾਂ ਗੱਲਾਂ ਤੋਂ ਕੀ ਲੈਣਾ ਸੀ। ਪਰ ਮੇਰੀ ਮਾਂ ਮੇਰਾ ਘਰ ਫਿਰ ਤੋਂ ਬਸਿਆ ਦੇਖਣਾ ਚਾਹੁੰਦੀ ਸੀ, ਸਮਝਾਉਂਦੀ ਕਿ ਔਰਤ ਨੂੰ ਮਰਦ ਦੀ ਲੋੜ ਹਮੇਸ਼ਾ ਹੁੰਦੀ ਹੈ, ਅਤੇ ਮੈਂ ਮੰਨ ਵੀ ਗਈ ਸੀ। ਇਸ ਵਾਰੀ ਤਾਂ ਰੋਹਿਤ ਨੇ ਹੀ ਆਪਣੇ ਮਾਂ-ਬਾਪ ਨੂੰ ਮਨਾ ਲਿਆ ਸੀ। ਸ਼ਾਇਦ ਉਹ ਮਜਬੂਰ ਹੋ ਗਏ ਸੀ ਰੋਹਿਤ ਦੀ ਜ਼ਿੱਦ ਦੇ ਅੱਗੇ। ਉਹ ਮੇਰੇ ਘਰ ਰਿਸ਼ਤਾ ਲੈ ਕੇ ਆਏ ਸੀ। ਇਹ ਮੇਰੀ ਖੁਸ਼ਕਿਸਮਤੀ ਸੀ ਕਿ ਮੇਰਾ ਪਹਿਲਾ ਘਰ ਵਾਲਾ ਮੈਨੂੰ ਇਸ਼ਕ ਕਰਦਾ ਸੀ ਤੇ ਹੁਣ ਹੋਣ ਵਾਲਾ ਘਰ ਵਾਲਾ ਵੀ ਮੈਨੂੰ ਬਹੁਤ ਪਿਆਰ ਕਰਦਾ ਸੀ। ਮੇਰੇ ਕਹਿਣ ਤੇ ਵਿਆਹ ਬੜੇ ਸਾਦੇ ਢੰਗ ਨਾਲ ਹੋਇਆ, ਪਰ ਰੋਹਿਤ ਦੀ ਮਾਂ ਉਸ ਦਾ ਵਿਆਹ ਧੂਮ-ਧਾਮ ਨਾਲ ਚਾਹੁੰਦੀ ਸੀ। ਆਖਰਕਾਰ ਸਾਡਾ ਦੋਨਾਂ ਦਾ ਵਿਆਹ ਹੋ ਗਿਆ। ਕਦੀ-ਕਦੀ ਮੈਨੂੰ ਲੱਗਦਾ ਕਿ ਅਸੀਂ ਇੱਕ ਦੂਜੇ ਲਈ ਬਣੇ ਹਾਂ, ਪਰ ਕਹਿੰਦੇ ਨੇ ਜੋੜੀਆਂ ਰੱਬ ਬਣਾਉਂਦਾ, ਤਾਂ ਸਾਡੀ ਵੀ ਉੱਥੋਂ ਹੀ ਬਣ ਕੇ ਆਈ ਸੀ। ਮੈਂ ਰੋਹਿਤ ਦੇ ਘਰ ਦੁਲਹਨ ਬਣ ਕੇ ਆ ਗਈ ਸੀ। ਰੋਹਿਤ ਦੇ ਬਿਨਾਂ ਕਿਸੇ ਹੋਰ ਦਾ ਰਵੱਈਆ ਮੇਰੇ ਲਈ ਬਿਲਕੁਲ ਚੰਗਾ ਨਹੀਂ ਸੀ। ਉਸ ਦੇ ਮੰਮੀ-ਪਾਪਾ ਤਾਂ ਮੇਰੇ ਨਾਲ ਗੱਲ ਕਰਨਾ ਵੀ ਪਸੰਦ ਨਹੀਂ ਕਰਦੇ ਸੀ ਤੇ ਭਾਬੀ ਤਾਂ ਆਉਂਦੇ ਜਾਂਦੇ ਕੋਈ ਨਾ ਕੋਈ ਤਾਨਾ ਮਾਰ ਹੀ ਜਾਂਦੀ, ਤੇ ਮੇਰੀ ਸੱਸ ਤਾਂ ਮੈਨੂੰ ਜਾਦੂਗਰਨੀ ਕਿਹਾ ਕਰਦੀ ਸੀ ਕਿ ਜਿਸਨੇ ਸਾਡੇ ਮੁੰਡੇ ਨੂੰ ਕਾਬੂ ਕਰ ਲਿਆ ਹੈ। 13 ਸਾਲਾਂ ਦਾ ਭਰਾ ਸੀ ਜਿਹਦੇ ਨਾਲ ਮੇਰੀ ਥੋੜ੍ਹੀ ਬਹੁਤ ਦੋਸਤੀ ਹੋ ਗਈ ਸੀ। ਪਹਿਲਾਂ ਉਹ ਕਦੀ-ਕਦਾਰ ਸਾਡੇ ਘਰ ਆ ਜਾਇਆ ਕਰਦਾ ਸੀ ਸਕੂਲ ਦੇ ਕੋਈ ਨਾ ਕੋਈ ਸਵਾਲ ਹੱਲ ਕਰਨ ਲਈ, ਪਰ ਹੁਣ ਤਾਂ ਮੈਂ ਉਸਦੇ ਮੇਰੇ ਕੋਲ ਹੀ ਉਹ ਰਹਿੰਦਾ ਸੀ। ਮੇਰੀ ਸੱਸ ਨੂੰ ਬਿਲਕੁਲ ਪਸੰਦ ਨਹੀਂ ਸੀ। ਮੈਨੂੰ ਸਮਝ ਨਹੀਂ ਸੀ ਆਉਂਦੀ ਕਿ ਮੇਰੀ ਸੱਸ ਮੇਰੇ ਨਾਲ ਕੀ ਦੁਸ਼ਮਣੀ ਹੈ। ਉਹਨਾਂ ਨੇ ਰੋਹਿਤ ਦਾ ਵਿਆਹ ਤਾਂ ਕਰਵਾਉਣਾ ਹੀ ਸੀ। ਮੇਰੇ ਨਾਲ ਹੋ ਗਿਆ ਤਾਂ ਕੀ ਗਲਤ ਹੋਇਆ। ਮੈਨੂੰ ਬਹੁਤ ਗੁੱਸਾ ਆਉਂਦਾ ਸੀ, ਪਰ ਮੈਂ ਰੋਹਿਤ ਦੀ ਵਜ੍ਹਾ ਨਾਲ ਚੁੱਪ ਕਰ ਜਾਂਦੀ ਸੀ ਕਿਉਂਕਿ ਉਹ ਮੇਰਾ ਬਹੁਤ ਧਿਆਨ ਰੱਖਦਾ ਸੀ। ਮੇਰੇ ਛੋਟੇ ਦਿਓਰ ਨੂੰ ਪਤਾ ਨਹੀਂ ਕਿੱਥੋਂ ਅਚਾਨਕ ਕਹਾਣੀਆਂ ਦਾ ਭੂਤ ਚੜ੍ਹ ਗਿਆ ਸੀ। ਇਹਨਾਂ ਦਿਨਾਂ ਦੇ ਵਿੱਚ ਰੋਹਿਤ ਦਿੱਲੀ ਗਿਆ ਹੋਇਆ ਸੀ ਤੇ ਮੈਂ ਇਕੱਲੀ ਸੀ, ਤਾਂ ਮੈਂ ਆਪਣੇ ਦਿਓਰ ਦੀ ਗੱਲ ਮੰਨ ਲਈ ਤੇ ਉਹ ਰੋਜ਼ ਨਾ ਜਾਣੇ ਕਿੱਥੋਂ ਕਹਾਣੀਆਂ ਸੁਣ ਕੇ ਆਉਂਦਾ ਤੇ ਫਿਰ ਮੇਰੇ ਕੋਲ ਲੇਟ ਕੇ ਮੈਨੂੰ ਕਹਾਣੀਆਂ ਸੁਣਾਉਣ ਲੱਗਦਾ। ਉਹ ਛੋਟਾ ਸੀ, ਬੱਚਾ ਸੀ, ਮੇਰੇ ਲਈ ਬੱਚੇ ਦੀ ਤਰ੍ਹਾਂ ਸੀ, ਇਸ ਲਈ ਮੈਂ ਉਸ ਨਾਲ ਬਹੁਤ ਪਿਆਰ ਨਾਲ ਪੇਸ਼ ਆਉਂਦੀ ਸੀ। ਉਸ ਦੀ ਕਹਾਣੀ ਸੁਣ ਲਿਆ ਕਰਦੀ ਸੀ। ਜਿੱਦਾਂ-ਜਿੱਦਾਂ ਉਹ ਮੈਨੂੰ ਕਹਾਣੀ ਸੁਣਾਉਂਦਾ ਮੈਨੂੰ ਨੀਂਦ ਆ ਜਾਂਦੀ ਸੀ ਤੇ ਮੈਂ ਸੌਂ ਜਾਂਦੀ ਸੀ। ਪਹਿਲੀ ਵਾਰੀ ਜਦੋਂ ਮੇਰਾ ਦਿਓਰ ਕਹਾਣੀ ਸੁਣਾਉਣ ਲਈ ਮੇਰੇ ਕਮਰੇ ਵਿੱਚ ਆਇਆ ਤਾਂ ਮੈਂ ਉਸਨੂੰ ਬੱਚਾ ਸਮਝ ਕੇ ਆਪਣੇ ਕੋਲ ਸਵਾ ਲਿਆ ਕਰਦੀ ਤੇ ਉਸ ਦੀ ਕਹਾਣੀ ਸੁਣਦੇ-ਸੁਣਦੇ ਸੌਂ ਗਈ। ਤੇ ਅਗਲੀ ਸਵੇਰ ਜਦੋਂ ਆਪਣੀ ਸੱਸ ਦੀ ਉੱਚੀ-ਉੱਚੀ ਆਵਾਜ਼ ਸੁਣੀ ਤਾਂ ਮੈਂ ਉੱਠ ਕੇ ਬਾਹਰ ਦੇਖਣ ਆਈ ਕੀ ਹੋ ਗਿਆ, ਤਾਂ ਉਹਨੇ ਮੈਨੂੰ ਬਹੁਤ ਗਾਲਾਂ ਕੱਢੀਆਂ ਤੇ ਮੈਨੂੰ ਧੱਕਾ ਦੇ ਦਿੱਤਾ। ਇਸ ਨਾਲ ਮੇਰੇ ਸਿਰ ਵਿੱਚ ਸੱਟ ਲੱਗੀ। ਜਦੋਂ ਮੈਂ ਪੁੱਛਿਆ ਕੀ ਹੋ ਗਿਆ ਤਾਂ ਉਹ ਕਹਿਣ ਲੱਗੀ, ਤੂੰ ਮੇਰੇ ਛੋਟੇ ਮੁੰਡੇ ਦਾ ਫਾਇਦਾ ਚੁੱਕ ਰਹੀ ਹੈ।
ਮੈਂ ਰੋਹਿਤ ਨੂੰ ਕੁਝ ਨਾ ਦੱਸਿਆ ਤੇ ਨਾ ਹੀ ਆਪਣੇ ਮਾਪਿਓ ਨੂੰ ਦੱਸਿਆ। ਮੇਰੀ ਵਜ੍ਹਾ ਨਾਲ ਪਹਿਲਾਂ ਹੀ ਬਹੁਤ ਦੁੱਖ ਦੇਖ ਚੁੱਕੇ ਸੀ ਅਤੇ ਇੰਦੂ ਦੇ ਘਰ ਵਾਲੇ ਦੀ ਪ੍ਰਮੋਸ਼ਨ ਵੀ ਹੋ ਗਈ ਸੀ। ਉਹਨਾਂ ਨੂੰ ਬਹੁਤ ਵੱਡਾ ਘਰ ਵੀ ਮਿਲਿਆ ਸੀ ਤੇ ਉਹ ਮੇਰੇ ਮਾਪਿਓ ਨੂੰ ਆਪਣੇ ਨਾਲ ਲੈ ਗਈ ਸੀ। ਮੈਂ ਉਹਨਾਂ ਨੂੰ ਦੱਸਦੀ ਤਾਂ ਉਹ ਪਰੇਸ਼ਾਨ ਹੋ ਕੇ ਵਾਪਸ ਆ ਜਾਂਦੇ, ਫਿਰ ਇਕੱਲੇ ਰਹਿਣ ਲੱਗ ਜਾਂਦੇ। ਇਸ ਲਈ ਮੈਂ ਉਹਨਾਂ ਨੂੰ ਨਹੀਂ ਦੱਸਿਆ। ਫਿਰ ਹਰ ਰੋਜ਼ ਮੇਰੇ ਤੇ ਜ਼ੁਲਮ ਵੱਧਦੇ ਗਏ, ਹਰ ਗੱਲ ਤੇ ਮੇਰੇ ਨਾਲ ਕਲੇਸ਼ ਹੁੰਦਾ। ਮੇਰਾ ਦਿਓਰ ਰੋਜ਼ ਮੈਨੂੰ ਕਹਾਣੀ ਸੁਣਾਉਣ ਆਉਂਦਾ। ਉਹ ਬੱਚਿਆਂ ਵਰਗੀਆਂ ਕਹਾਣੀਆਂ ਮੈਨੂੰ ਸੁਣਾਉਂਦਾ ਅਤੇ ਮੈਂ ਕਹਾਣੀ ਸੁਣਦੀ ਮੈਨੂੰ ਨੀਂਦ ਵੀ ਆ ਜਾਂਦੀ। ਅਗਲੇ ਦਿਨ ਮੇਰੀ ਸੱਸ ਰੌਲਾ ਪਾਉਂਦੀ ਤੇ ਮੈਨੂੰ ਮਾਰਦੀ ਕੁੱਟਦੀ ਸੀ। ਮੇਰੇ ਸਰੀਰ ਤੇ ਸੱਟਾਂ ਦੇ ਨਿਸ਼ਾਨ ਬਣ ਗਏ ਸੀ, ਲੇਕਿਨ ਉਸ ਨੂੰ ਤਰਸ ਨਹੀਂ ਸੀ ਆਉਂਦਾ। ਉਹ ਮੈਨੂੰ ਕਹਿੰਦੀ ਕਿ ਤੂੰ ਮੇਰੇ ਮਾਸੂਮ ਮੁੰਡੇ ਦਾ ਫਾਇਦਾ ਚੁੱਕ ਰਹੀ ਹੈ। ਮੈਂ ਬਸ ਹੈਰਾਨ ਹੋ ਜਾਂਦੀ ਸੀ ਕਿ ਉਹ ਛੋਟਾ ਬੱਚਾ ਤਾਂ ਮੈਨੂੰ ਸਿਰਫ ਕਹਾਣੀ ਸੁਣਾਉਂਦਾ, ਉਹ ਇਦਾਂ ਕਿਉਂ ਕਹਿੰਦੀ ਹੈ। ਮੈਂ ਫੈਸਲਾ ਕੀਤਾ ਕਿ ਮੈਂ ਪਤਾ ਕਰਾਂਗੀ ਆਖਰ ਗੱਲ ਕੀ ਹੈ। ਉਸ ਰਾਤ ਜਦੋਂ ਮੇਰਾ ਦਿਓਰ ਮੇਰੇ ਕੋਲ ਆਇਆ ਤਾਂ ਕਹਿਣ ਲੱਗਾ ਕਿ ਉਹ ਮੈਨੂੰ ਕਹਾਣੀ ਸੁਣਾਵੇਗਾ, ਤਾਂ ਮੈਂ ਹੱਸਦੇ ਹੋਏ ਉਸ ਨੂੰ ਵਾਪਸ ਭੇਜ ਦਿੱਤਾ। ਪਰ ਉਹ ਕਹਾਣੀ ਸੁਣਾਉਣ ਲੱਗਿਆ ਤਾਂ ਮੈਂ ਸੌਣ ਦਾ ਨਾਟਕ ਕਰਕੇ ਲੇਟ ਗਈ। ਪਰ ਅੱਜ ਮੈਂ ਸੋਈ ਨਹੀਂ ਸੀ ਕਿਉਂਕਿ ਮੈਨੂੰ ਨੀਂਦ ਨਹੀਂ ਆ ਰਹੀ ਸੀ। ਮੈਂ ਫਿਰ ਵੀ ਅੱਖਾਂ ਬੰਦ ਕਰ ਲਈਆਂ। ਮੇਰਾ ਧਿਆਨ ਕਹਾਣੀ ਵੱਲ ਨਹੀਂ ਸੀ, ਮੇਰਾ ਧਿਆਨ ਆਪਣੀ ਸੱਸ ਦੀਆਂ ਗੱਲਾਂ ਵੱਲ ਸੀ। ਮੈਂ ਸਮਝਣ ਦੀ ਕੋਸ਼ਿਸ਼ ਕਰ ਰਹੀ ਸੀ ਜੋ ਮੇਰੀ ਸਮਝ ਤੋਂ ਬਾਹਰ ਸੀ। ਹਾਲੇ ਮੈਨੂੰ ਲੇਟੇ 10 ਮਿੰਟ ਹੀ ਹੋਏ ਸੀ ਕਿ ਅਚਾਨਕ ਮੈਂ ਆਪਣੀਆਂ ਅੱਖਾਂ ਖੋਲ੍ਹ ਦਿੱਤੀਆਂ ਤੇ ਦੇਖ ਕੇ ਮੇਰੇ ਸਾਹ ਰੁਕ ਗਏ ਕਿਉਂਕਿ ਮੇਰਾ ਦਿਓਰ ਮੇਰੇ ਪੈਰਾਂ ਦੇ ਕੋਲ ਬੈਠਾ ਸੀ। ਉਸ ਦੀਆਂ ਅੱਖਾਂ ਬਹੁਤ ਅਜੀਬ ਲੱਗ ਰਹੀਆਂ ਸੀ। ਉਸਨੇ ਆਪਣੀ ਕਮੀਜ਼ ਉਤਾਰੀ ਹੋਈ ਸੀ। ਉਸ ਵਕਤ ਮੈਨੂੰ ਮਹਿਸੂਸ ਹੋਇਆ ਜਿੱਦਾਂ ਮੇਰੇ ਕਮਰੇ ਦਾ ਬੱਲਬ ਆਨ ਹੋਇਆ ਅਤੇ ਮੇਰਾ ਦਿਓਰ ਨੀਚੇ ਗਿਰ ਗਿਆ ਸੀ। ਉਹ ਬੇਹੋਸ਼ੀ ਦੀ ਹਾਲਤ ਵਿੱਚ ਸੀ। ਪਰਦੇ ਦੇ ਪਿੱਛੇ ਮੇਰੀ ਸੱਸ ਤੇ ਮੇਰੀ ਭਾਬੀ ਨਿਕਲੀਆਂ। ਉਹਨਾਂ ਨੇ ਮੇਰੇ ਦਿਓਰ ਨੂੰ ਸੀਨੇ ਨਾਲ ਲਾ ਲਿਆ। ਭਾਬੀ ਨੂੰ ਕਿਹਾ ਕਿ ਇਸ ਕੁੜੀ ਨੂੰ ਆਪਣੇ ਮੁੰਡੇ ਦੀ ਜ਼ਿੰਦਗੀ ਵਿੱਚੋਂ ਬਾਹਰ ਕੱਢਣ ਲਈ ਮੈਂ ਆਪਣੇ ਮਾਸੂਮ ਜਿਹੇ ਪੁੱਤ ਦਾ ਇਸਤੇਮਾਲ ਕੀਤਾ। ਜਦੋਂ ਰੋਹਿਤ 2 ਦਿਨਾਂ ਬਾਅਦ ਘਰ ਆਇਆ ਤਾਂ ਤੁਸੀਂ ਉਸ ਨੂੰ ਇਹ ਫੋਟੋ ਦਿਖਾ ਦੇਣਾ, ਉਹ ਖੁਦ ਹੀ ਇਸ ਨੂੰ ਘਰ ਤੋਂ ਕੱਢ ਦੇਵੇਗਾ। ਮੈਂ ਵੈਸੇ ਵੀ ਕੱਲ੍ਹ ਆਪਣੇ ਛੋਟੇ ਮੁੰਡੇ ਨੂੰ ਹੋਸਟਲ ਭੇਜ ਰਹੀ ਹਾਂ। ਮੇਰੀ ਸੱਸ ਨੇ ਕਿੰਨੀ ਗੰਦੀ ਪਲਾਨਿੰਗ ਕੀਤੀ ਸੀ ਮੈਨੂੰ ਰੋਹਿਤ ਦੀ ਜ਼ਿੰਦਗੀ ਵਿੱਚੋਂ ਕੱਢਣ ਲਈ। ਇਹ ਸੁਣ ਕੇ ਮੇਰੇ ਰੌਂਗਟੇ ਖੜ੍ਹੇ ਹੋ ਗਏ। ਇਸ ਕੰਮ ਦੇ ਲਈ ਉਸਨੇ ਆਪਣੇ ਛੋਟੇ ਮੁੰਡੇ ਨੂੰ ਨਸ਼ੇ ਵਿੱਚ ਮੇਰੇ ਕੋਲ ਬਿਠਾ ਕੇ ਫੋਟੋ ਖਿਚਵਾਈ ਸੀ। ਉਹ ਕਿੱਦਾਂ ਦੀ ਮਾਂ ਸੀ। ਮੇਰਾ ਤੇ ਉਸ 'ਤੇ ਥੁੱਕਣ ਨੂੰ ਦਿਲ ਕਰ ਰਿਹਾ ਸੀ। ਅਗਲੇ ਦਿਨ ਮੇਰੀ ਸੱਸ ਨੇ ਮੈਨੂੰ ਮਾਰਨਾ ਚਾਹਿਆ, ਲੇਕਿਨ ਮੈਂ ਉਸਨੂੰ ਧੱਕਾ ਦੇ ਦਿੱਤਾ ਤੇ ਰੋਹਿਤ ਨੂੰ ਫੋਨ ਕਰਕੇ ਸਭ ਦੱਸ ਦਿੱਤਾ ਤੇ ਕਿਹਾ ਕਿ ਜੇ ਤੂੰ ਮੈਨੂੰ ਛੱਡਣਾ ਚਾਹੁੰਦਾ ਤਾਂ ਛੱਡ ਦੇ। ਮੇਰੀ ਸੱਸ ਨੇ ਰੋਹਿਤ ਨੂੰ ਭੜਕਾਉਣ ਦੀ ਬਹੁਤ ਕੋਸ਼ਿਸ਼ ਕੀਤੀ। ਅਗਲੇ ਦਿਨ ਉਸ ਦਾ ਫੋਨ ਆਇਆ ਤੇ ਉਸ ਨੇ ਮੈਨੂੰ ਟਿਕਟਾਂ ਭੇਜ ਕੇ ਆਪਣੇ ਕੋਲ ਬੁਲਾ ਲਿਆ ਅਤੇ ਉਸ ਨੇ ਇਸ ਗੰਦੇ ਖੇਲ ਤੋਂ ਬਾਅਦ ਆਪਣੇ ਘਰਦਿਆਂ ਨਾਲ ਰਿਸ਼ਤਾ ਖਤਮ ਕਰ ਦਿੱਤਾ। ਬਹੁਤ ਦਿਨ ਬਾਅਦ ਮੇਰੀ ਜ਼ਿੰਦਗੀ ਵਿੱਚ ਖੁਸ਼ੀਆਂ ਆਈਆਂ ਸੀ ਕਿਉਂਕਿ ਮੇਰਾ ਘਰ ਵਾਲਾ ਮੇਰੇ 'ਤੇ ਭਰੋਸਾ ਕਰਦਾ ਸੀ। ਮੈਂ ਬਹੁਤ ਖੁਸ਼ਕਿਸਮਤ ਸੀ ਜੋ ਜੀਵਨ ਸਾਥੀ ਦੇ ਰੂਪ ਵਿੱਚ ਦੋਨੋਂ ਵਾਰੀ ਮੈਨੂੰ ਹੀਰੇ ਵਰਗੇ ਪਤੀ ਮਿਲੇ ਸੀ। ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਖੁਸ਼ ਹਾਂ। ਦੋਸਤੋ, ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਕਹਾਣੀ ਚੰਗੀ ਲੱਗੀ ਹੋਣੀ। ਜੇਕਰ ਕਹਾਣੀ ਚੰਗੀ ਲੱਗੇ ਤਾਂ ਪਲੀਜ਼ ਕਹਾਣੀ ਲਾਈਕ ਸ਼ੇਅਰ ਕਰਿਓ ਜੀ। ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਿਓ। ਚੈਨਲ 'ਤੇ ਪਹਿਲੀ ਵਾਰੀ ਆਏ ਹੋ ਸਬਸਕ੍ਰਾਈਬ ਜ਼ਰੂਰ ਕਰਿਓ। ਨੋਟੀਫਿਕੇਸ਼ਨ ਬੈਲ ਨੂੰ ਪ੍ਰੈਸ ਕਰ ਲਿਓ ਤਾਂ ਜੋ ਅਗਲੀ ਕਹਾਣੀ ਤੁਹਾਡੇ ਕੋਲ ਜਲਦੀ ਤੇ ਪਹਿਲਾਂ ਪਹੁੰਚੇ। ਕਹਾਣੀ ਸੁਣਨ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ। ਆਪਾਂ ਫੇਰ ਮਿਲਾਂਗੇ ਇੱਕ ਸੋਹਣੀ ਜਿਹੀ ਕਹਾਣੀ ਨਾਲ। ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।